बाबा जी की नाम है अपना? मलिक सरदार मुहम्मद। अपने वाला साहब का की नाम है? हाजी मुहम्मद दीन। ते दादा जी का? अलादीन। अपनी बरादरी केड़ी है? मलिक बरादरी। ਤੇ ਇਸ ਟਾਈਮ ਅਸੀਂ ਇਹ ਮੰਡੀ ਚੂੜਕਾਨਾ ਇਹ ਅਸੀਂ ਬੈਠੇ ਜੀ ਥਾਣਾ ਜਿਹੜਾ ਸਦਰ ਹੈ ਨਾ ਜੀ ਜੀ ਉਹਦੀ ਬੈਕ ਸਾਈਡ ਤੇ ਦਾਖਾਨਾ ਰੋਡ ਹੈ। ਹੁਣ ਇਹਦਾ ਨਾਮ ਜਿਹੜਾ ਸੈਯਦ ਸ਼ਹੀਦ ਅਹਿਮਦ ਰੋਡ ਹੈ। ਪਿਛਲਾ ਸ਼ਹਿਰ ਜੀ ਅੰਮ੍ਰਿਤਸਰ, ਮਹੱਲਾ ਇਸਲਾਮਾਬਾਦ, ਵਾਰਡ ਨੰਬਰ 1। ਉਦੋਂ ਤੁਹਾਡੀ ਉਮਰ ਕਿੰਨੀ ਸੀ? 10 ਸਾਲ ਜੀ। ਕਿਹੜੀ ਕਲਾਸ ਵਿੱਚ ਸੀ? ਮੈਂ ਦੂਸਰੀ ਵਿੱਚ ਭੈਣ। ਸਾਂ। ਦੂਸਰੀ ਪੜ੍ਹ ਲਈ ਸੀ, ਤੀਸਰੀ ਵਿੱਚ ਗਿਆ ਸੀ। ਤੇ ਇਹ ਸਕੂਲ ਆਪਣਾ ਕਿੱਥੇ ਕਰਕੇ ਸੀ? ਸਾਡੇ ਤੋਂ ਉਹ ਕੋਈ ਇੱਕ ਫਰਲਾਂਗ ਸੀ। ਠੀਕ ਹੈ। ਇਸਲਾਮਾਬਾਦ ਦੇ ਵਿੱਚ ਹੀ ਸੀਗਾ, ਲੇਕਿਨ ਇੱਕ ਫਰਲਾਂਗ ਸੀ ਸਾਡੇ ਤੋਂ ਬਾਹਰ। ਕਮ ਅਜ਼ ਕਮ ਜਿਹੜਾ ਸਾਡੇ ਕਰੀਬ ਸਨ ਨਾ ਜੀ ਜੀ ਉਹ 30-35 ਘਰ ਸਨ। ਇਹ ਕਿਹੜੀਆਂ ਬਰਾਦਰੀਆਂ ਉੱਥੇ ਉਹਦੇ ਬੈਠੀਆਂ ਸਨ? ਗੁੱਜਰ ਬਰਾਦਰੀ ਸੀ, ਮਲਕ ਬਰਾਦਰੀ ਸੀ, ਪਠਾਨ ਬਰਾਦਰੀ ਸੀ। ਹਾਂ, ਸਾਡੇ ਬਿਲਕੁਲ ਸਾਹਮਣੇ 12 ਮਕਾਨ ਹਿੰਦੂਆਂ ਦੇ, ਇਹਨਾਂ ਨੂੰ 12 ਮਕਾਨ ਹੀ ਕਿਹਾ ਜਾਂਦਾ ਸੀ। ਸਹੀ ਹੈ। 12 ਮਕਾਨਾਂ ਤੇ ਮਸ਼ਹੂਰ ਉਹਨਾਂ ਦਾ ਕੀ ਕਾਰੋਬਾਰ? ਦੁਕਾਨਾਂ ਬਣਾਈਆਂ ਸੀ ਉਹਨਾਂ ਨੇ, ਹੋਰ ਵੀ ਮੁਲਾਜ਼ਮ ਸਨ ਕਿਤੇ। ਠੀਕ ਹੈ। ਤੇ ਆਪਣਾ ਉੱਥੇ ਗੁਜ਼ਰ ਬਸਰ ਕੀ ਸੀ? ਬਸ ਮਿਹਨਤ ਮਜ਼ਦੂਰੀ, ਇੱਕ ਵਰਕਸ਼ਾਪ ਦੇ ਵਿੱਚ ਕੋਈ ਕਾਰੋਬਾਰ ਆਪਣਾ। ਸਿੱਖ ਵੀ, ਬਲਕਿ ਸਿੱਖ ਉਸਤਾਦ ਵੀ ਸੀ ਸਾਡੇ। ਇੱਕ ਦਾ ਨਾਂ ਯਾਦ ਹੈ ਮੈਨੂੰ, ਸਿੱਖ ਦਾ ਤਾਰਾ ਸਿੰਘ ਕਹਿੰਦੇ ਸੀ। ਚੌਥੀ ਪੰਜਵੀਂ ਨੂੰ ਪੜ੍ਹਾਉਂਦਾ ਸੀ। ਜਿਹੜੇ ਨਾਲ ਤੁਹਾਡੇ ਪੜ੍ਹਦੇ ਸਨ? ਬੜੀ ਦੇਰ ਹੋ ਗਈ ਹੈ, ਟਾਈਮ ਤੇ ਬੜਾ ਹੋ ਗਿਆ, 75-76 ਸਾਲ ਹੋ ਗਏ ਨੇ ਮੇਰੇ ਖਿਆਲ। ਇੱਕ ਯਾਦ ਮੈਨੂੰ ਆਉਂਦਾ ਕਿ ਰਸ਼ੀਦ ਨਾਂ ਸੀ ਇੱਕ। ਅੱਛਾ। ਮਿਰਜ਼ਾ ਬਰਾਦਰੀ ਦਾ ਸੀ ਉਹ, ਲੋਹਾਰ ਬਰਾਦਰੀ। ਉਹ ਹੀ ਮੈਨੂੰ ਯਾਦ ਹੈ। ਹਿੰਦੂਆਂ ਦੀ ਕੋਈ ਦੁਕਾਨ ਹੈਗੀ ਸੀ? ਹਾਂਜੀ, 3-4 ਦੁਕਾਨਾਂ ਸਨ। ਅੱਛਾ। ਕਰਿਆਨੇ ਦੀ ਦੁਕਾਨ ਸੀ, ਪਾਨਾ ਸਿਗਰਟਾਂ ਦੀ ਦੁਕਾਨ ਸੀ। ਠੀਕ ਹੈ। ਹੋਰ ਵੀ ਆਪਣਾ- ਕਰਿਆਨੇ ਵਾਲੀ ਜਿਹੜੀ ਜਿੰਦੀ ਦੁਕਾਨ ਸੀ ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ ਮੁਨੀ ਲਾਲ। ਉਹ ਨਾਲ ਝੁੰਗਾ ਵੀ ਦਿੰਦਾ ਸੀ ਸਾਨੂੰ। ਤੇ ਇਹਦੀ ਰਹਿਸ਼ ਉੱਤੇ ਇਸਲਾਮਾਬਾਦ ਮਹੱਲੇ ਦੇ ਵਿੱਚ ਸੀ? ਇਸਲਾਮਾਬਾਦ ਮਹੱਲੇ 12 ਮਕਾਨ ਦੇ ਵਿੱਚ। ਹੋਰ ਦੁਕਾਨਾਂ ਦੇ ਹੋਰ ਵੀ ਹੈਗੀਆਂ ਸਨ ਜੀ। ਅੱਛਾ। ਹਾਂ, ਲੇਕਿਨ ਇਹ ਹੈ ਕਿ ਉਹ ਸਾਡੇ ਕਰੀਬ ਉਹ ਹੀ ਸਨ। ਤੁਹਾਡੇ ਕਰੀਬ ਜੋ ਉਹਨਾਂ ਕੋਲ ਜਾਂਦੇ ਹੁੰਦੇ ਸਨ। ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸੀ? ਬਿਲਕੁਲ, ਸਾਡਾ ਉਹਨਾਂ ਨਾਲ ਕੋਈ ਇਖਤਲਾਫ ਨਹੀਂ ਸੀ। ਮੇਲ ਵਰਤਨ ਸਾਰਾ ਕੁਝ ਸੀ? ਬਿਲਕੁਲ। ਉਹਨਾਂ ਦੀਆਂ ਹਿੰਦੂਆਂ ਦੀਆਂ ਬੀਬੀਆਂ ਸਾਡੇ ਘਰ ਆਉਂਦੀਆਂ ਸੀ। ਕੋਈ ਐਸੀ ਇੱਕ ਦੂਸਰੇ ਨਾਲ ਅਦਾਵਤ ਨਹੀਂ ਸੀ। ਬਲਕਿ ਉਹਨਾਂ ਨੇ ਇੱਕ ਸਬੀਲ ਲਾਈ ਹੁੰਦੀ ਸੀ ਇੱਕ ਦੁਕਾਨ 'ਚ। ਅੱਛਾ। ਅਸੀਂ ਉੱਥੋਂ ਪਾਣੀ ਪੀਣਾ, ਉਹਨਾਂ ਸਾਨੂੰ ਪਿਆਉਣਾ। ਆਏ ਸਾਰੇ ਰਾਹੀਆਂ ਪੀਣਾ। ਮਸਜਿਦ ਵੀ ਹੈ ਸੀ ਆਪਣੀ? ਮਸਜਿਦ ਹੈ। ਮਸਜਿਦ ਨਹੀਂ, ਫਰਲਾਨ ਹੈ ਜੀ, ਅੱਧਾ ਫਰਲਾਨ। ਮਸਜਿਦ ਬਣਾਈ ਸੀ ਸ਼ਾਨਦਾਰ ਡਬਲ। ਤੁਹਾਡਾ ਵੀ ਉਸ ਸ਼ਹਿਰ 'ਚ ਆਖਰੀ ਜੁਮਾ ਤੇ ਰਮਜ਼ਾਨ ਦਾ ਵੀ ਆਖਰੀ ਜੁਮਾ? ਅੱਲਾਹੁ ਅਕਬਰ। ਬਜ਼ੁਰਗਾਂ ਕੋਲ, ਵੱਡਿਆਂ ਕੋਲੋਂ ਉੱਥੇ ਕਰਫਿਊ ਜੋ ਲੱਗਦਾ ਸੀ। ਇਹ ਗੋਲੀਆਂ ਚੱਲਦੀਆਂ। ਸਾਡੇ ਮਕਾਨ ਚਬਾਰਾ ਸੀ ਭਾਈ ਹੋਰਾਂ ਦਾ। ਸਾਡੀ ਛੱਤ ਨੀਵੀਂ ਸੀ, ਇਹਨਾਂ ਦਾ ਚਬਾਰਾ ਸੀ। ਚਬਾਰੇ ਜਾਣ ਕੇ ਗੋਲੀਆਂ ਵੱਜਦੀਆਂ ਸਨ। ਅੱਗਾਂ ਲੱਗਦੀਆਂ ਸ਼ਹਿਰ ਦੇ ਵਿੱਚ, ਸਾਡੇ ਸਾਹਮਣੇ ਨਜ਼ਰ ਆਉਂਦੀਆਂ ਅੱਗਾਂ ਲੱਗੀ। ਰੋਜ਼ ਪਤਾ ਲੱਗਦਾ ਅੱਜ 2 ਕਤਲ ਹੋ ਗਏ, 3 ਹੋ ਗਏ, ਇਸ ਤਰ੍ਹਾਂ ਹੋ ਗਿਆ ਜੀ। ਠੀਕ ਹੈ। ਇਹ ਬਹੁਤ ਨਾ ਜ਼ਿਆਦਾ ਕੰਮ ਵੱਧ ਗਿਆ। ਉਹ ਫਿਰ ਸਾਡੇ ਵੱਡਿਆਂ ਨੇ ਫੈਸਲਾ ਕੀਤਾ ਕਿ ਉਹ ਬਿਹਤਰ ਹੈ ਕਿ ਚਲੇ ਜਾਣਾ ਚਾਹੀਦਾ, ਚਲੇ ਜਾਣਾ ਚਾਹੀਦਾ, ਰਹਿਣਾ ਨਹੀਂ ਚਾਹੀਦਾ ਇੱਥੇ। ਕਿਉਂਕਿ ਠੀਕ ਹੈ। ਇੱਕ ਪਠਾਨ ਸੀ ਉੱਥੇ, ਮੀਰ ਪਠਾਨ। ਅੱਛਾ। ਮੀਰ ਮੁਹੰਮਦ ਨਾਮ ਸੀ। ਹਾਂਜੀ। ਉਹ ਅੜ ਗਿਆ, ਆਂਦਾ ਮੈਂ ਨਹੀਂ ਨਿਕਲਣਾ। ਹਾਲਾਂ ਸਾਡੇ ਦਾਦਾ ਜੀ ਨੇ ਕਿਹਾ ਅੱਛਾ ਕਿ ਆਓ ਜੀ ਖਾਨ ਸਾਹਿਬ ਚਲੀ ਗਏ, ਹੁਣ ਰਹਿਣ ਦਾ ਕੰਮ ਕੋਈ ਨਹੀਂ ਇੱਥੇ। ਅੱਛਾ। ਉਹ ਮੰਨਿਆ ਨਹੀਂ, ਆਂਦਾ ਮੈਂ ਦੇਖੂੰਗਾ ਕੌਣ ਮੇਰੇ ਸਾਥ। ਅੱਛਾ। ਉਹ ਇਹ ਗਾਂ ਗੋਲਾ ਕੱਢਣ ਲੱਗ ਪਿਆ। ਹਾਂ। ਉਹ ਉੱਥੇ ਰਹਿ ਗਿਆ। ਉਹ ਜਿਹੜਾ ਪਠਾਨ ਸੀ ਉਹਦਾ ਕੋਈ ਨਾ ਬਚਿਆ ਫਿਰ? ਉਹ ਵੀ ਮਾਰਿਆ ਗਿਆ? ਓਏ ਹੋਏ। ਸਰਹੱਦ ਪਹਿਲੇ ਨਾ ਬਿਆਸਾ ਸਰਹੱਦ ਮੁਕਰਰ ਹੋਈ ਸੀ। ਬਿਆਸਾ ਦਰਿਆ ਨਹੀਂ? ਹਾਂਜੀ। ਉਹਦੇ ਵਿੱਚ ਲਾਰਡ ਮਾਊਂਟ ਬੈਟਨ ਨੇ ਕਿਹਾ ਸੀ ਕਿ ਤੁਸੀਂ ਇੰਝ ਕਰੋ, ਮੈਂ ਤੁਹਾਨੂੰ ਆ 5 ਜ਼ਿਲ੍ਹੇ ਦੇ ਦੇਣਾ। ਪਾਕਿਸਤਾਨੀਆਂ ਨੂੰ ਕਿਹਾ ਅੱਛਾ ਕਿ 5 ਜ਼ਿਲ੍ਹੇ ਦੇ ਦੇਣਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਇੱਕ ਹੋਰ ਜ਼ਿਲ੍ਹਾ, 5 ਜ਼ਿਲ੍ਹੇ, ਫਿਰੋਜ਼ਪੁਰ। ਤੁਸੀਂ ਮੈਨੂੰ ਨਾ ਗਵਰਨਰ ਬਣਾ ਦਿਓ। ਅੱਛਾ। ਜੇ ਤੁਸੀਂ ਨਹੀਂ ਬਣਾਓਗੇ ਤਾਂ ਮੈਂ ਇਹ 5 ਜ਼ਿਲ੍ਹੇ ਫਿਰ ਇੰਡੀਆ ਨੂੰ ਦੇ ਦਿਆਂਗਾ। ਇਹ ਸਾਡੇ ਲੀਡਰ ਜਿਹੜੇ ਸੀ ਉਹਨਾਂ ਦਾ ਅਸੀਂ ਸੁਨੀਲ ਹੈ ਸਾਨੂੰ। ਅਤੇ ਉਹਨਾਂ ਆਖਿਆ ਵੀ ਬੜੀ ਮੁਸ਼ਕਲ ਅਸੀਂ ਤੁਹਾਨੂੰ ਮਗਰੋਂ ਲਾਇਆ, ਅਤੇ ਹੁਣ ਫਿਰ ਤੁਹਾਨੂੰ ਗਵਰਨਰ ਬਣਾ ਲਈਏ। ਅੱਛਾ। ਅਸੀਂ ਜ਼ਿਲ੍ਹੇ ਨਾ ਲੈਣੇ ਮਨਜ਼ੂਰ ਨੇ, ਤੁਹਾਨੂੰ ਗਵਰਨਰ ਨਹੀਂ ਬਣਾਉਣਾ। ਅੱਛਾ। ਇਹ 5 ਜ਼ਿਲ੍ਹੇ ਫਿਰ ਸਰਹੱਦ ਤੋੜ ਕੇ ਨਾ ਬਿਆਸਾ ਸਰਹੱਦ, ਇਹ ਫਿਰ ਇਹ ਜ਼ਿਲ੍ਹੇ ਜਿਹੜੇ ਨੇ ਇੰਡੀਆ ਨੂੰ ਨਹੀਂ ਗਏ। ਅਤੇ ਉਹਦੀ ਸਜ਼ਾ ਦੇਖੋ ਸਾਨੂੰ ਤਾਂ ਮਿਲ ਗਈ ਵੀ ਸਾਡੇ ਕੋਲੋਂ ਤੇ ਚਲੇ ਗਏ। ਹਾਂਜੀ। ਇੰਡੀਆ ਨੇ ਉਹਨੂੰ ਮੰਨ ਲਿਆ ਕਿ ਤੈਨੂੰ ਗਵਰਨਰ ਬਣਾ ਲਾਂਗੇ। ਹਾਂਜੀ। ਅਗਲੇ ਦਿਨ ਹੀ ਲਾਤਾ ਉਹਨਾਂ ਫਿਰ। ਅਸੀਂ 14 ਨੂੰ ਬਣੇ ਆ, 14 ਨੂੰ ਪਾਕਿਸਤਾਨ ਬਣਿਆ, ਉਹ 15 ਨੂੰ ਇੰਡੀਆ ਬਣਿਆ। ਤੁਸੀਂ ਉੱਥੋਂ ਟੁਰ ਪਏ? ਅਸੀਂ ਉੱਥੋਂ ਘਰੋਂ ਨਾ ਜੀ ਜੀ ਕੁਝ ਚੰਦ ਚੀਜ਼ਾਂ ਬਣ ਲਈਆਂ ਜਿੰਨੀਆਂ ਕਿ ਚੁੱਕ ਸਕਦੇ ਸਾਂ।
ਅੱਛਾ ਜੀ। ਉਹ ਚੁੱਕ ਕੇ ਅਸੀਂ ਤੁਰ ਕੇ ਪਰਾਂ ਗਏ ਜੀ ਅੱਛਾ ਸਟੇਸ਼ਨ ਦੇ ਉੱਤੇ। ਠੀਕ ਹੈ। ਸਾਡੇ ਕਾਫਲਾ ਜਿਹੜਾ ਸੀ ਨਾ, ਅੱਲਾ ਨੇ ਬਿਲਕੁਲ ਮਹਿਫੂਜ਼ ਰੱਖਿਆ। ਅੱਛਾ ਕੋਈ ਸਾਡੇ 'ਤੇ ਹਮਲਾ ਨਹੀਂ ਹੋਇਆ, ਕੋਈ ਸਾਡੇ 'ਤੇ ਗੱਲ ਹੀ ਨਹੀਂ ਪਿਆ। ਹਾਂਜੀ। ਅਮਨ ਓ ਮਾਨ ਉੱਥੇ ਜੀ। ਅਸੀਂ ਸਟੇਸ਼ਨ 'ਤੇ ਪਹੁੰਚੇ ਹਾਂ। ਉੱਥੇ ਪਹਿਲੀ ਰਾਤ ਦੀ ਇੱਕ ਮੁਕਰਰ ਸੀ ਪੁਲਿਸ ਵਾਲਾ, ਪੁਲਿਸ ਉਹਦੇ ਉੱਤੇ ਚੜਿਆ ਸੀ ਪੁਲ ਦੇ ਉੱਤੇ, ਅੱਛਾ ਵੀ ਕੋਈ ਇਹਨਾਂ ਦੇ ਹਮਲਾ ਨਾ ਕਰੇ। ਉਹ ਰਾਜ ਪੈਰੰਗ ਕਰਦਾ ਰਹਿੰਦਾ ਸੀ ਇੱਥੇ। ਲੇਕਿਨ ਅੰਮ੍ਰਿਤਸਰ 'ਚ ਵੱਢ ਟੁੱਕ ਹੋ ਰਹੀ ਸੀ, ਫਿਰ ਵੀ ਹੋ ਰਹੀ ਸੀ। ਅੱਛਾ ਸ਼ਹਿਰ ਦੇ ਵਿੱਚ ਨਾ, ਜੀ। ਜਿਹੜਾ ਗੁੰਜਾਨ ਸ਼ਹਿਰ ਸੀ ਨਾ, ਹਾਂਜੀ ਉਹਦੇ ਵੱਢ ਤੁਸੀਂ ਟੁੱਕ- ਥੋੜੇ ਕੁ ਸ਼ਹਿਰ ਤੋਂ ਹਟਵੇਂ ਸੀ। ਥੋੜਾ ਮਤਲਬ ਫਸਲ ਦਾ ਹਾਂਜੀ। ਯਾਨੀ ਕੋਣੇ ਤੇ ਆ ਗਏ ਨਾ ਅਸੀਂ। ਹਾਂਜੀ। ਉਹ ਉੱਤੇ ਚੜਿਆ ਸੀ, ਉਹਨੇ ਉੱਥੇ ਬੰਦਾ ਆਉਣ ਕੋਈ ਨਹੀਂ ਦਿੱਤਾ। ਇੱਕ ਦਿਨ ਉਹਦੇ ਦੂਸਰੇ ਦਿਨ ਫਿਰ ਸਾਨੂੰ ਰੇਲ ਮਿਲ ਗਈ, ਠੀਕ ਹੈ। ਜਿਹਦੇ 'ਤੇ ਸਾਡੇ ਬੱਚੇ ਅਸੀਂ ਜਾਂ ਔਰਤਾਂ ਸਨ, ਉਹ ਗੱਡੀ ਦੇ ਵਿੱਚ ਸਨ। ਗੱਡੀ ਟੁਰ ਰੇਲ ਪਈ। ਤੇ ਆ, ਗੱਡੀ ਟੁਰ ਪਈ। ਲਾਇਆ। ਉਹਨੇ ਸਾਨੂੰ ਲਾਇਆ ਜੀ ਬਾਲਟਨ ਅਸੀਂ। ਕੈਂਪ ਬਣਿਆ ਸੀਗਾ। ਪਹਿਲੇ ਛਾੜੇ ਆਣ ਕੇ ਸਾਡੀ ਗੱਡੀ ਰੁਕੀ ਹੈ 6 ਹਰਟਾ। ਉੱਥੇ ਆਣ ਕੇ ਗੱਡੀ ਸਾਡੀ ਉਹਨਾਂ ਨੇ ਨਾ ਬਲਵਾਈਆਂ ਨੇ ਆਣ ਕੇ ਨਾ ਇੱਕ ਬੰਨੇ ਹੋਏ ਉੱਠ ਕੇ ਆਏ ਵਾਵਾ 100-200। ਅੱਛਾ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਫਿਰ ਇੱਕ ਪੁਲਿਸ ਵਾਲਾ ਅੱਗੇ ਸੀ ਪਾਵਰ ਇੰਜਨ ਦੇ ਉੱਤੇ, ਇੱਕ ਅੱਛਾ। ਆਖਰੀ ਡੱਬੇ 'ਤੇ ਸੀ। ਠੀਕ ਹੈ। ਉਹਨਾਂ ਨੇ ਫਿਰ ਆ ਸਿੱਧੀਆਂ ਕੀਤੀਆਂ, ਅੱਛਾ ਉਹਨੇ ਵੀ ਕੀਤੀ, ਉਹਨੇ ਵੀ ਕੀਤੀ। ਅੱਛਾ ਜੋ ਕੀਤੀ ਜਨਾਬ, ਉਹ ਫਿਰ ਭੱਜ ਗਏ। ਅੱਛਾ ਅਸੀਂ ਅਮਨ ਅਮਾਨ, ਅਬਦੁਲਵਾਦ, ਇਸਮਾਈਲ ਤੇ ਸਨਾਉल्ला, ਹਾਂਜੀ ਇਹ ਮਤਲਬ ਸਿਆਣੇ ਸਨ ਉਦੋਂ, 20-25 ਸਾਲ ਦੇ ਅੱਛਾ ਜਵਾਨ ਸਨ, ਸਾਡੇ ਭਾਈ ਲੱਗਦੇ ਸਨ। ਅੱਛਾ ਉਹ ਉਹਨਾਂ ਨੇ ਤੋਪ ਇੱਕ ਬਣਾ ਕੇ ਨਾ ਨਕਸ਼ਾ ਤੋਪ ਦਾ, ਹਾਂਜੀ ਤੇ ਬਨੇਰੇ ਦੇ ਉੱਤੇ ਕਰਕੇ ਆਉਣ ਲਾਤੀ। ਤੇ ਘਰ ਵਿੱਚ ਵੀ ਬਰਛੀਆਂ ਬਣਾਈਆਂ, ਐਡੀਆਂ ਬਰਛੀਆਂ ਡਾਂਗਾਂ ਦੇ ਅੱਗੇ, ਵੀ ਅੱਛਾ ਜੇ ਸਾਡੇ ਤੇ ਹਿੰਦੂ ਜਾਂ ਕੋਈ ਹਮਲੇ ਆਣ ਕੇ ਹਮਲਾਵਰ ਹੋਇਆ ਤੇ ਉਹਨਾਂ ਨੂੰ ਮਾਰਾਂਗੇ। ਗੋਲੇ ਗੋਲੇ 'ਚ ਕੋਈ ਨਹੀਂ ਸੀ। ਅੱਛਾ ਉਹ ਇੱਕ ਸ਼ਕਲ ਦੀ ਬਣਾ ਕੇ ਉਹ ਕੀਤਾ ਸੀ ਅਸਾਂ ਨੇ, ਵੀ ਇਹ ਬਣਾ ਕੇ ਨਾ ਵੀ ਇਹ ਜੇ ਚੱਲ ਗਈ ਅਸੀਂ ਸਾਰੇ ਤਬਾਹ ਹੋ ਜਾਵਾਂਗੇ। ਅੱਛਾ ਬਸ ਡਰਾਵਾ ਸੀ। ਵਾਲਟਨ ਤੋਂ ਸਾਨੂੰ ਉਹਨਾਂ ਨੇ ਚੁੱਕ ਲਿਆ, ਕਿਉਂਕਿ ਦੁਨੀਆ ਆਮ ਆ ਰਹੀ ਸੀ ਪਿੱਛੋਂ। ਸ਼ੇਹੂ ਬਰਾਨੀ ਪੁਲਿਸ ਲਾਈਨ, ਉਹਦੇ ਟਾਲੀਆਂ ਦੇ ਹੇਠਾਂ ਸੰਤਾਰ ਅੱਛਾ ਟਾਲੀਆਂ 'ਚ ਬੈਠੇ ਸੀ ਥੱਲੇ। ਅੱਛਾ ਬੇਯਾਰੋ ਮਜ਼ਾ ਕੋਈ ਪੁੱਛ ਨਹੀਂ। ਅੱਛਾ ਉਹਦੇ ਖੁਦਾ ਦੀ ਬੰਦਾ ਸਾਡਾ ਉੱਥੇ ਇੱਕ ਰਹਿੰਦਾ ਸੀ ਵਾਕ, ਉਹਦਾ ਨਾਂ ਸੀ ਮੁਹੰਮਦ ਖਾਨ। ਤੇ ਅੱਛਾ ਸਾਡੇ ਮਕਾਨਾਂ ਦੇ ਕੋਲ ਸਾਹਮਣੇ ਨਾ ਜੀ ਜੀ ਚੌਕੀ ਬਣਾਈ ਸੀ ਠੀਕ ਪੁਲਿਸ ਹੈ। ਦੀ, ਕਿਉਂਕਿ ਮਹੱਲਾ ਜੋ ਆਪਣਾ ਥਾਣੇ ਤੋਂ ਦੂਰ ਸੀ, ਉਹਨਾਂ ਚੌਕੀ ਬਣਾਤੀ ਇੱਕ। ਅੱਛਾ ਉਹ ਚੌਕੀ ਇੰਚਾਰਜ ਸੀ, ਉਹ ਸਾਨੂੰ ਉੱਥੇ ਮਿਲ ਪਿਆ ਸ਼ੁਰੂ ਬੜੇ। ਉਹਨੇ ਆਖਿਆ ਮੈਂ ਖਾਨਗਾ ਹੁੰਨਾ, ਤੁਸੀਂ ਉੱਥੇ ਆ ਜਾਓ। ਅੱਛਾ ਅਸੀਂ ਜਨਾਬ ਡੇਰਾ ਡੰਡਾ ਚੁੱਕਿਆ ਉਹਦੇ ਖਾਨਗਾ ਚਲੇ ਗਏ ਜੀ। ਉੱਥੇ ਉਹਨੇ ਬੜੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਮਕਾਨ ਦਵਾਵਾਂਗੇ, ਠੀਕ ਹੈ। ਮਕਾਨ ਨਹੀਂ ਮਿਲ ਸਕੇ। ਉਹ ਫਿਰ ਕਹਿਣ ਲੱਗਾ ਤੁਸੀਂ ਡੇਰੇ ਮੱਲਾ ਸਿੰਘ ਚਲ ਜਾਓ, ਠੀਕ ਹੈ। ਉੱਥੇ ਸਾਡੇ ਆਪਣਾ ਮੇਰੇ ਭਰਾ ਵੀ ਉੱਥੇ ਨੇ, ਤੇ ਜ਼ਮੀਨ ਪਵਾਈ ਆ, ਤੇ ਉੱਥੇ ਮਕਾਨ ਮੱਲਾ ਸਿੰਘ ਦੇ ਮਕਾਨ ਜਿਹੜੇ ਫਿਲਹਾਲ ਖਾਲੀ ਨੇ, ਅੱਛਾ ਤੇ ਤੁਸੀਂ ਉੱਥੇ ਚੱਲ ਜਾਓ। ਠੀਕ ਹੈ। ਕਿਉਂਕਿ ਉਹਦੀ ਰਿਹਾਇਸ਼ ਹੀ ਨਹੀਂ ਸੀ ਲੱਭਦੀ। ਠੀਕ ਹੈ। ਉੱਥੋਂ ਅਸੀਂ ਡੇਰਾ ਡੰਡਾ ਚੁੱਕਿਆ ਤੇ ਇੱਥੇ ਆ ਗਏ ਡੇਰਾ ਮੱਲਾ ਸਿੰਘ। ਡੇਰੇ ਮੱਲਾ। ਠੀਕ ਹੈ। ਉੱਥੇ ਵੇਖਿਆ ਨਾ ਕੰਮ ਨਾ ਕਾਰ ਨਾ ਕੋਈ ਗੱਲ ਨਾ ਬਾਹਰ, ਰਿਹਾਇਸ਼ ਹੈ ਵੱਡੀਆਂ ਵੱਡੀਆਂ ਬਾਰਕਾਂ। ਹਾਂਜੀ ਬਹਰਹਾਲ ਫਿਰ ਇਹ ਜਿਹੜੇ ਜਿਨ੍ਹਾਂ ਨੇ ਤੋਪ ਬਣਾਈ ਸੀ ਨਾ, ਹਾਂਜੀ ਇਸਮਾਈਲ ਅਬਦੁਲਵਾਦ, ਜੀ ਇਹਨਾਂ ਨੇ ਕਿਹਾ ਕਿ ਅਸੀਂ ਇੱਥੇ ਰਹਿਣਾ ਹੀ ਨਹੀਂ ਚਾਹੀਦਾ, ਅੱਛਾ ਕਿਉਂਕਿ ਉਹ ਹੁਸ਼ਮੰਦ ਸਨ, ਠੀਕ ਠਾਕ ਸਨ। ਜੀ ਸ਼ਹਿਰ ਦੀ ਜ਼ਿੰਦਗੀ ਹੋਰ, ਪਿੰਡ ਦੀ ਹੋਰ। ਅੱਛਾ ਉੱਥੋਂ ਜਨਾਬ ਉੱਥੇ ਦੇ ਇੱਥੇ ਆ ਗਏ। ਇੱਥੇ ਉਹਦਾ ਆ- ਨਾਂ ਝੂੜਦਾ। ਜੇ ਤੁਹਾਨੂੰ ਅੱਜ ਅੰਮ੍ਰਿਤਸਰ ਦਾ ਵੀਜ਼ਾ ਮਿਲੇ ਤੇ ਜਾਣ ਨੂੰ ਦਿਲ ਕਰਦਾ ਹੈ? ਬੜਾ ਦਿਲ ਕਰਦਾ, ਕਦੀ ਯਾਦ ਆਇਆ ਮੱਲਾ ਆਪਣਾ? ਬੜਾ ਦਿਲ ਕਰਦਾ। ਨਕਸ਼ਾ? ਹਾਂ, ਬਿਲਕੁਲ ਨਕਸ਼ਾ ਯਾਦ ਹੈ। ਹੁਣ ਭਾਵੇਂ ਬਦਲ ਵੀ ਗਿਆ ਹੋਵੇ ਨਾ, ਹਾਂਜੀ ਲੇਕਿਨ ਉਹ ਚੀਜ਼ ਸਾਨੂੰ ਦਿਸਦੀ ਹੈ ਨਾ, ਵੀ ਇੱਥੋਂ ਜਾਣਾ, ਇੱਥੇ ਆਉਣਾ, ਇੱਥੇ ਪਹੁੰਚਣਾ। ਅੱਛਾ, ਸਾਨੂੰ ਪਤਾ ਹੈ ਨਾ ਹਾਂਜੀ ਵੀ ਸਾਹਮਣੇ ਸਾਡੇ 12 ਮਕਾਨ ਸਨ, ਹਾਂਜੀ ਬੈਕ ਸਾਈਡ ਤੇ ਲੈਣ ਸੀ, ਉਸ ਬੈਕ ਸਾਈਡ ਤੇ ਇੱਕ ਆਪਣਾ ਖਾਲਸਾ ਕਾਲਜ ਸੀ ਸਿੱਖਾਂ ਦਾ, ਜੀ ਉਸ ਤੋਂ ਨਾਲ ਹੀ ਪੁਤਲੀ ਘਰ ਸੀ। ਠੀਕ ਹੈ। ਉਹ ਚੀਜ਼ਾਂ ਉਹ ਵੀ ਤੇ ਦੋ ਹੈਗੀਆਂ। ਅੱਛਾ ਅੱਛਾ ਅੱਗੇ ਲਾਈਨ ਨਾਲ ਗੋਰਖਿਆਂ ਦਾ ਕਬਰਸਤਾਨ ਸੀ ਉੱਥੇ। ਅੱਛਾ। ਉਦੋਂ ਜਾਮਨ ਚੁੱਕ ਕੇ ਲਿਆ ਕੇ ਖਾਂਦੇ ਰਹੇ। ਸਾਡੇ ਮੁਸਲਮਾਨ ਜਦੋਂ ਅਸੀਂ ਜਾਂਦੇ ਹਾਂ ਨਾ, ਹਾਂਜੀ ਉਹ ਸਾਨੂੰ ਕਹਿੰਦੇ ਐਵੇਂ ਕਰਕੇ ਪੀਓ। ਉਹ ਅੱਛਾ ਆਪਣਾ ਬਰਤਨ ਨਹੀਂ ਸੀ ਲੈਂਦੇ, ਅੱਛਾ ਅਸੀਂ ਇਸ ਤਰ੍ਹਾਂ ਕਰਨਾ ਤੇ ਉਹਨਾਂ ਉੱਤੇ ਪਾਣੀ ਪਾਉਣਾ, ਇਸ ਤਰ੍ਹਾਂ ਪੀਣਾ। ਠੀਕ ਹੈ। ਹੈ ਜੀ। ਤੇ ਉਸ ਨਾਲ ਨਹੀਂ ਸਾਨੂੰ ਗਲਾਸ ਨਹੀਂ, ਹਿੰਦੂਆਂ ਨੂੰ ਦਿੰਦੇ ਸੀ ਉਹ।